ਪ੍ਰਾਈਮ ਇਤਾਲੀਆ ਚੈਨਲ 'ਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇੱਕ ਵਾਰ ਫਿਰ ਹਾਜ਼ਰ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼ ਲੈ ਕੇ। ਇਸ ਤੋਂ ਪਹਿਲਾਂ ਕਿ ਆਪਾਂ ਵੀਡੀਓ ਸ਼ੁਰੂ ਕਰੀਏ, ਜੇਕਰ ਤੁਸੀਂ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ ਅਤੇ ਜੇਕਰ ਤੁਸੀਂ ਚੈਨਲ ਨੂੰ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੈ ਤਾਂ ਉਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ। ਇਸ ਦੇ ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਲਓ, ਕਿਉਂਕਿ ਜਦੋਂ ਵੀ ਅਸੀਂ ਨਵੀਂ ਵੀਡੀਓ ਅਪਲੋਡ ਕਰਦੇ ਹਾਂ ਇਸ ਦੇ ਨਾਲ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਂਦੀ ਹੈ। ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼। ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਇਟਲੀ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਕਿੰਨੇ ਕੇਸਿਸ ਆਏ ਹਨ। ਇਟਲੀ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ 23,195 ਨਵੇਂ ਕੇਸਿਸ ਆਏ ਹਨ ਅਤੇ 129 ਡੈਥ ਹੋਈਆਂ ਹਨ। ਇਸ ਤੋਂ ਬਾਅਦ ਅਗਲਾ ਅਪਡੇਟ ਆ ਰਿਹਾ ਹੈ ਕਿ ਸਰਕਾਰ ਦੇ ਦੁਆਰਾ ਵਾਈਟ ਜ਼ੋਨ ਦੇ ਵਿੱਚ ਵੀ ਸੁਪਰ ਗ੍ਰੀਨ ਪਾਸ ਨੂੰ 31 ਮਾਰਚ 2022 ਤੱਕ ਵਧਾ ਦਿੱਤਾ ਹੈ। ਅਤੇ ਇਹ ਜਿਹੜਾ ਫੈਸਲਾ ਲਿੱਤਾ ਗਿਆ ਹੈ ਸਟੇਟ ਆਫ ਐਮਰਜੈਂਸੀ ਜਿਸ ਤਰ੍ਹਾਂ 31 ਮਾਰਚ 2022 ਤੱਕ ਵਧੀ ਹੈ ਅਤੇ ਉਸ ਤੋਂ ਬਾਅਦ ਇਸ ਨੂੰ ਵੀ ਗ੍ਰੀਨ ਪਾਸ ਨੂੰ ਵੀ ਵਧਾ ਦਿੱਤਾ ਗਿਆ ਹੈ। ਅਤੇ ਇਸ ਦੇ ਅਕੋਰਡਿੰਗ ਗ੍ਰੀਨ ਪਾਸ ਦੀ ਜਿਹੜੀ ਵਰਤੋਂ ਹੈਗੀ ਆ ਵਾਈਟ ਜ਼ੋਨ ਦੇ ਵਿੱਚ ਜਿਹੜੀ ਐਕਟੀਵਿਟੀਜ਼ ਹੈਗੀਆਂ ਉਹਨਾਂ ਦੇ ਵਿੱਚ ਵਰਤੋਂ ਕਰਨ ਦੇ ਲਈ ਕੀਤੀ ਜਾਵੇਗੀ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਲੋਂਬਾਰਡੀਆ ਦੇ ਵਿੱਚ ਓਮੀਕਰੋਨ ਵੇਰੀਐਂਟ ਦੇ ਦੁਆਰਾ ਇਨਫੈਕਟਡ ਜਿਹੜੇ ਪਹਿਲੇ 4 ਪੇਸ਼ੈਂਟਸ ਆਏ ਸੀ ਉਸ ਤੋਂ ਬਾਅਦ ਓਮੀਕਰੋਨ ਵੇਰੀਐਂਟ ਦੇ ਨਾਲ 3 ਹੋਰ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਅਤੇ ਹਾਲੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਇਹਨਾਂ ਦਾ ਪਿਛਲੇ ਕੇਸਾਂ ਦੇ ਨਾਲ ਕੋਈ ਸੰਬੰਧ ਹੈ ਜਾਂ ਨਹੀਂ, ਮਤਲਬ ਕਿ ਇਹ ਪਿਛਲੇ ਜਿਹੜੇ ਪੇਸ਼ੈਂਟਸ ਪਾਏ ਗਏ ਹੈ ਉਹਨਾਂ ਦੇ ਕੰਟੈਕਟ ਦੇ ਵਿੱਚ ਇਹ ਆਏ ਹਨ ਕਿ ਨਹੀਂ ਆਏ ਹਨ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਟਲੀ ਨੇ ਆਪਣੀ ਐਂਟਰੀ ਯੂਰੋਪੀਅਨ ਯੂਨੀਅਨ ਅਤੇ ਨਾਨ ਯੂਰੋਪੀਅਨ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੀ ਐਂਟਰੀ ਦੇ ਕੁਝ ਨਿਯਮ ਲਾਗੂ ਕੀਤੇ ਹਨ। ਦੱਸਿਆ ਜਾ ਰਿਹਾ ਕਿ 5 ਤੋਂ ਲੈ ਕੇ 11 ਸਾਲ ਦੇ ਬੱਚਿਆਂ ਦੇ ਲਈ ਕੋਈ ਵੀ ਗ੍ਰੀਨ ਪਾਸ ਨਹੀਂ ਹੁੰਦਾ ਹੈ। ਇਸ ਲਈ ਜਿਹੜੇ ਲੋਕ ਆਪਣੇ ਮਾਤਾ ਪਿਤਾ ਦੇ ਨਾਲ ਇਟਲੀ ਵਿੱਚ ਬੱਚੇ ਯਾਨੀ ਕਿ ਦਾਖਲ ਹੁੰਦੇ ਹਨ ਅਤੇ ਉਹਨਾਂ ਨੂੰ 5 ਦਿਨਾਂ ਦਾ ਕੁਆਰੰਟਾਈਨ ਨਹੀਂ ਕਰਨਾ ਪਵੇਗਾ। ਜੇਕਰ ਉਹਨਾਂ ਦੇ ਪਰਿਵਾਰ ਦੇ ਮੈਂਬਰ ਕੋਵਿਡ ਐਂਟੀ ਕੋਵਿਡ ਵੈਕਸੀਨ ਜਿਹੜੀ ਇਹਨਾਂ ਨੇ ਲਗਵਾਈ ਹੋਵੇ ਜਾਂ ਇਸ ਬਿਮਾਰੀ ਤੋਂ ਰਿਕਵਰ ਹੋਏ ਹੋਣ ਤਾਂ ਉਹਨਾਂ ਦੇ ਬੱਚਿਆਂ ਨੂੰ 5 ਦਿਨਾਂ ਦੀ ਕੁਆਰੰਟਾਈਨ ਦੀ ਜਿਹੜੀ ਲਿਮਿਟ ਹੈ ਉਸ ਨੂੰ ਪੂਰਾ ਨਹੀਂ ਕਰਨਾ ਪਵੇਗਾ, ਯਾਨੀ ਕਿ ਉਹਨਾਂ ਨੂੰ 5 ਦਿਨ ਕੁਆਰੰਟਾਈਨ ਨਹੀਂ ਰਹਿਣਾ ਪਵੇਗਾ। ਇਸ ਤੋਂ ਬਾਅਦ ਅਗਲਾ ਜਿਹੜਾ ਅਪਡੇਟ ਆ ਰਿਹਾ ਹੈ ਉਹ ਇਸ ਤਰ੍ਹਾਂ ਹੈ ਕਿ ਓਮੀਕਰੋਨ ਯੂਰਪ ਦੇ ਵਿੱਚ ਹੁਣ ਕਾਫੀ ਜਗ੍ਹਾ ਫੈਲ ਰਿਹਾ ਹੈ ਅਤੇ ਇਸ ਦੇ ਲਈ ਜਿਹੜੀ ਵੈਕਸੀਨ ਹੈਗੀ ਉਹ ਕਾਫੀ ਨਹੀਂ ਹੈ। ਅਤੇ ECDC ਦਾ ਅਲਰਟ ਕੀਤਾ ਹੈ ਕਿ ਓਮੀਕਰੋਨ ਵੇਰੀਐਂਟ ਜਿਹੜਾ ਹੈਗਾ ਆ ਜਿਹਨਾਂ ਵਿਅਕਤੀਆਂ ਨੇ 2 ਡੋਜ਼ਿਸ ਐਂਟੀ ਕੋਵਿਡ ਵੈਕਸੀਨ ਦੀ ਲਈਆਂ ਹਨ ਉਹਨਾਂ ਨੂੰ ਵੀ ਇਸ ਦੇ ਇਨਫੈਕਟਡ ਹੋਣ ਦਾ ਖਤਰਾ ਹੈ। ਅਤੇ ਇਸ ਦੇ ਲਈ ਮਾਸਕ ਪਹਿਨਣਾ ਅਤੇ ਭੀੜ ਤੋਂ ਬਚਣਾ ਕਾਫੀ ਜ਼ਿਆਦਾ ਜ਼ਰੂਰੀ ਹੈ। ਅਤੇ ਉਹਨਾਂ ਨੇ ਕਿਹਾ ਹੈ ਕਿ ਇਸ ਇਨਫੈਕਸ਼ਨ ਨੂੰ ਘਟਾਉਣ ਦੇ ਲਈ ਅਤੇ ਹੈਲਥ ਜਿਹੜੇ ਸਿਸਟਮ ਹੈ ਉਸ ਦੇ ਬੋਝ ਨੂੰ ਘੱਟ ਕਰਨ ਦੇ ਲਈ ਆਉਣ ਵਾਲੇ ਮਹੀਨਿਆਂ ਦੇ ਵਿੱਚ ਸਭ ਤੋਂ ਜਿਹੜੇ ਕਮਜ਼ੋਰ ਲੋਕ ਹੈ ਉਹਨਾਂ ਦੀ ਸੁਰੱਖਿਆ ਦੇ ਲਈ ਸਖਤ ਕਾਰਵਾਈ ਕਰਨ ਦੀ ਜ਼ਿਆਦਾ ਜ਼ਰੂਰਤ ਪਵੇਗੀ। ਹੁਣ ਜਿਸ ਤਰ੍ਹਾਂ ਜਾਣਦੇ ਹੋ ਕਿ ਕ੍ਰਿਸਮਸ ਦੀਆਂ ਛੁੱਟੀਆਂ ਆ ਰਹੀਆਂ ਹਨ ਅਤੇ ਇਸ ਛੁੱਟੀਆਂ ਦੇ ਵਿੱਚ ਜਿਹੜੀ ਲੋਕਾਂ ਦੀ ਮੂਵਮੈਂਟ ਜ਼ਿਆਦਾ ਵੱਧ ਜਾਵੇਗੀ ਅਤੇ ਇਸ ਦੇ ਨਾਲ ਜਿਹੜੀ ਇਨਫੈਕਸ਼ਨਸ ਹੈ ਉਹ ਵੀ ਜ਼ਿਆਦਾ ਵਧਣ ਦਾ ਡਰ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਤੁਸਕਾਨਾ ਦੇ ਇੱਕ ਹਸਪੀਟਲ ਦੇ ਵਿੱਚ ਇੱਕ 59 ਸਾਲ ਦੀ ਲੇਡੀ ਜਿਸਨੇ ਕਿ ਨੋਵੈਕਸ ਦੇ ਵਿੱਚ ਵਿਸ਼ਵਾਸ ਰੱਖਦੀ ਸੀ ਅਤੇ ਉਸਨੇ ਆਪਣੇ ਇਲਾਜ ਤੋਂ ਇਨਕਾਰ ਕੀਤਾ ਅਤੇ ਉਸਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਉਸਨੂੰ ਜਦੋਂ ਇਨਫੈਕਸ਼ਨ ਹੋਈ ਤਾਂ ਉਸ ਦੇ ਵਿੱਚ ਥੋੜ੍ਹੇ ਮਾਈਲਡ ਸਿੰਪਟਮ ਸੀ ਅਤੇ ਜੋ ਕਿ ਦਿਨੋਂ ਦਿਨ ਵੱਧ ਰਹੇ ਸਨ ਅਤੇ ਫਿਰ ਉਸ ਨੂੰ ਕਾਫੀ ਜ਼ਿਆਦਾ ਪ੍ਰੋਬਲਮ ਆਉਣ ਲੱਗੀ ਅਤੇ ਉਹ ਹਸਪੀਟਲ ਦੇ ਵਿੱਚ ਦਾਖਲ ਹੋਈ ਅਤੇ ਉਸ ਤੋਂ ਬਾਅਦ ਵੀ ਉਸਨੇ ਜਿਹੜੇ ਆਕਸੀਜਨ ਲੈਣ ਤੋਂ ਇਨਕਾਰ ਕੀਤਾ ਅਤੇ ICU ਵਿੱਚ ਵੀ ਜਾਣ ਤੋਂ ਇਨਕਾਰ ਕੀਤਾ ਅਤੇ ਉਸ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਉਸਦੀ ਮੌਤ ਹੋ ਗਈ। ਅਤੇ ਦੱਸਿਆ ਜਾ ਰਿਹਾ ਕਿ ਉਹ ਔਰਤ ਹਮੇਸ਼ਾ ਹੀ ਵੈਕਸੀਨ ਲਗਵਾਉਣ ਤੋਂ ਇਨਕਾਰ ਕਰਦੀ ਸੀ। ਅਤੇ ਲਿਵਰੋਨੋ ਜਿਹੜੇ ਹਸਪੀਟਲ ਦੇ ਵਿੱਚ ਉਹ ਦਾਖਲ ਸੀ ਉੱਥੇ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਯਕੀਨਨ ਹੀ ਨੋਵੈਕਸ ਵਾਲੀ ਸੀ ਅਤੇ ਬਾਰ-ਬਾਰ ਇਲਾਜ ਤੋਂ ਇਨਕਾਰ ਕਰਦੀ ਸੀ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਉਸ 'ਤੇ ਵੈਕਸੀਨ ਲੱਗੀ ਹੁੰਦੀ ਤਾਂ ਯਕੀਨਨ ਹੀ ਉਸ ਦੀ ਜਾਨ ਨੂੰ ਬਚਾਇਆ ਜਾ ਸਕਦਾ ਸੀ। ਇਸ ਤੋਂ ਬਾਅਦ ਜਿਹੜੀ ਅਗਲੀ ਨਿਊਜ਼ ਆ ਰਹੀ ਹੈ ਉਹ ਆ ਰਹੀ ਹੈ ਇੱਕ 41 ਸਾਲਾਂ ਦੀ ਟੀਚਰ ਦੀ ਜਿਸ ਦਾ ਨਾਮ ਸਿਮੋਨਾ ਲਾਂਬਾਰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੀ 41 ਸਾਲਾਂ ਦੀ ਉਹ ਜਿਹੜੀ ਟੀਚਰ ਸੀ ਉਸ ਦੀ ਮੌਤ ਹੋ ਗਈ ਹੈ। ਇਸੇ ਮੌਤ ਜਿਹੜੀ ਹੋਈ ਹੈ ਇੱਕ ਸੁਰੰਗ ਦੇ ਦੌਰਾਨ ਜਦੋਂ ਕਿ ਉਹ ਗੱਡੀ ਚਲਾ ਰਹੀ ਸੀ ਇੱਕ ਸੜਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ ਹੈ। ਅਤੇ ਜਾਣਕਾਰੀ ਦੇ ਮੁਤਾਬਕ ਮੰਗਲਵਾਰ ਯਾਨੀ ਕਿ 14 ਦਸੰਬਰ ਦੀ ਦੁਪਹਿਰ ਨੂੰ ਸਿਮੋਨਾ ਲਾਂਬਾਰਦੀ ਸਕੂਲ ਦੇ ਵਿੱਚ ਆਪਣਾ ਟਾਈਮ ਸਪੈਂਡ ਕਰਨ ਤੋਂ ਬਾਅਦ ਜਦੋਂ ਘਰ ਜਾ ਰਹੀ ਸੀ ਅਤੇ ਸਾਂਤਾ ਮਾਰੀਆ ਡੀ ਪਸਾਨੋ ਦੀ ਟਨਲ ਦੇ ਅੰਦਰ ਜਦੋਂ ਉਹ ਆਪਣੀ ਕਾਰ ਚਲਾ ਰਹੀ ਸੀ ਤਾਂ ਸ਼ਾਇਦ ਇੱਕ ਓਵਰਟੇਕਿੰਗ ਕਰਦੇ ਟਾਈਮ ਉਸ ਦੇ ਉਲਟ ਦਿਸ਼ਾ ਤੋਂ ਆ ਰਹੀ ਇੱਕ ਟੂਰਿਸਟ ਬੱਸ ਦੇ ਨਾਲ ਉਸ ਦੀ ਗੱਡੀ ਦੀ ਟੱਕਰ ਹੋ ਗਈ ਅਤੇ ਜਿਸ ਦੇ ਵਿੱਚ ਉਸ ਦੀ ਦੱਸੀ ਜਾ ਰਹੀ ਹੈ ਕਿ 41 ਸਾਲਾਂ ਦੀ ਇਸ ਟੀਚਰ ਦੀ ਮੌਤ ਹੋ ਗਈ ਅਤੇ ਇਸ ਟੱਕਰ ਦੇ ਵਿੱਚ ਲਗਭਗ 5 ਹੋਰ ਗੱਡੀਆਂ ਸੀ ਉਹ ਵੀ ਸ਼ਾਮਲ ਸਨ, ਜਦਕਿ ਜਿਹੜੇ ਬਾਕੀ ਲੋਕ ਸੀ ਜਿਹੜੇ ਜ਼ਖਮੀ ਹੋਏ
ਉਹਨਾਂ ਦੀ ਹਾਲਤ ਠੀਕ ਹੈ ਤੇ ਉਹ ਗੰਭੀਰ ਰੂਪ ਨਾਲ ਕੋਈ ਵੀ ਜ਼ਖਮੀ ਨਹੀਂ ਹੈ ਤੇ ਉਹਨਾਂ ਨੂੰ ਹਸਪੀਟਲ ਪਹੁੰਚਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਯੂਕੇ ਦੇ ਵਿੱਚ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਬੁੱਧਵਾਰ ਨੂੰ ਦੇਸ਼ ਦੇ ਵਿੱਚ ਕੋਵਿਡ-19 ਵੈਕਸੀਨ ਸਰਟੀਫਿਕੇਟ ਨੂੰ ਲਾਜ਼ਮੀ ਕਰਨ ਨੂੰ ਲੈ ਕੇ ਆਪਣੀ ਹੀ ਪਾਰਟੀ ਦੇ ਅੰਦਰ ਉਹਨਾਂ ਨੂੰ ਵਿਰੋਧ ਦਾ ਆਪਣਾ ਸਾਹਮਣਾ ਕਰਨਾ ਪਿਆ ਹੈ ਤੇ ਜਿਸ ਵਿੱਚ ਕਿਹਾ ਗਿਆ ਸੀ ਕਿ ਇੰਗਲੈਂਡ ਦੇ ਵਿੱਚ ਅਡਲਟਸ ਨੂੰ ਨਾਈਟ ਕਲੱਬਸ, ਸਪੋਰਟਸ ਦੇ ਵਿੱਚ ਤੇ ਹੋਰ ਵੱਡੇ ਜਿਹੜੇ ਸਮਾਗਮ ਹੈ ਉਹਨਾਂ 'ਚ ਦਾਖਲ ਹੋਣ ਦੇ ਲਈ ਆਪਣੇ ਦੋਹਰੇ ਵੈਕਸੀਨੇਸ਼ਨ ਦਾ ਸਬੂਤ ਦੇਣਾ ਪਵੇਗਾ, ਯਾਨੀ ਕਿ ਉਹਨਾਂ ਨੂੰ ਕੋਵਿਡ ਪਾਸ ਦਿਖਾਉਣਾ ਪਵੇਗਾ। ਉਸ ਤੋਂ ਬਾਅਦ ਉੱਥੇ ਦੇ ਕੁਝ ਮੈਂਬਰਾਂ ਦੇ ਦੁਆਰਾ ਇਸ ਦਾ ਵਿਰੋਧ ਕੀਤਾ ਗਿਆ ਤੇ ਇਸ ਦੇ ਵਿਰੁੱਧ ਵੋਟਿੰਗ ਕੀਤੀ ਗਈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਹਾਂਗਕਾਂਗ ਤੋਂ। ਹਾਂਗਕਾਂਗ ਦੇ ਵਰਲਡ ਟ੍ਰੇਡ ਸੈਂਟਰ ਦੇ ਵਿੱਚ ਇੱਕ ਭਿਆਨਕ ਅੱਗ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਹਾਂਗਕਾਂਗ ਦੇ ਵਿੱਚ ਇਸ ਬਹੁ ਮੰਜ਼ਲਾ ਇਮਾਰਤ ਦੇ ਵਿੱਚ ਬੁੱਧਵਾਰ ਨੂੰ ਅੱਗ ਲੱਗਣ ਦੇ ਨਾਲ ਕਾਫੀ ਲੋਕ ਫਸ ਗਏ ਹਨ ਤੇ ਇਸ 38 ਮੰਜ਼ਲਾ ਇਮਾਰਤ ਦੇ ਵਿੱਚ ਆਫਿਸ, ਮਾਲ, ਦੁਕਾਨਾਂ ਤੇ ਰੈਸਟੋਰੈਂਟ ਹਨ ਤੇ ਅਧਿਕਾਰੀਆਂ ਦੇ ਮੁਤਾਬਕ ਇਸ ਦੇ ਵਿੱਚ ਕਰੀਬ 12 ਲੋਕ ਝੁਲਸ ਗਏ ਹਨ ਤੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਤੇ ਹੋਰ ਵੀ ਲੋਕ ਮਾਲ ਤੇ ਰੈਸਟੋਰੈਂਟ ਦੇ ਵਿੱਚ ਫਸੇ ਹਨ ਤੇ ਫਾਇਰ ਫਾਈਟਰਸ ਦੇ ਦੁਆਰਾ ਕਾਫੀ ਜ਼ਿਆਦਾ ਲੋਕਾਂ ਨੂੰ ਬਚਾ ਲਿੱਤਾ ਗਿਆ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਅਮਰੀਕਾ ਤੋਂ। ਅਮਰੀਕਾ ਦੀ ਏਅਰ ਫੋਰਸ ਨੇ ਕਰੋਨਾ ਵੈਕਸੀਨ ਲੈਣ ਤੋਂ ਇਨਕਾਰ ਕਰਨ ਵਾਲੇ ਆਪਣੇ 27 ਜਵਾਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਅਮਰੀਕਾ ਦੇ ਡਿਫੈਂਸ ਡਿਪਾਰਟਮੈਂਟ ਦੇ ਆਫਿਸ ਨੇ ਅਗਸਤ ਵਿੱਚ ਹੀ ਵੈਕਸੀਨ ਨੂੰ ਸਾਰਿਆਂ ਲਈ ਲਾਜ਼ਮੀ ਕਰ ਦਿੱਤਾ ਸੀ ਤੇ ਇਸ ਤੋਂ ਬਾਅਦ ਕਾਫੀ ਜ਼ਿਆਦਾ ਜਿਹੜੇ ਉੱਥੇ ਦੇ ਜਵਾਨ ਸੀ ਉਹਨਾਂ ਨੇ ਵੈਕਸੀਨ ਲਗਵਾ ਲਈ ਸੀ, ਘੱਟੋ ਘੱਟ 1 ਡੋਜ਼ ਦੀ ਵੈਕਸੀਨ ਲਗਵਾ ਲਈ ਸੀ ਤੇ ਇਸ ਤੋਂ ਬਾਅਦ ਕਈਆਂ ਨੂੰ ਇਹ ਵੀ ਮੌਕਾ ਦਿੱਤਾ ਗਿਆ ਕਿ ਉਹ ਵੈਕਸੀਨ ਲੈਣ ਤੋਂ ਇਨਕਾਰ ਕਰਨ ਦੀ ਵਜ੍ਹਾ ਦੱਸਣ ਤੇ ਲਗਭਗ 97% ਜਿਹੜੇ ਏਅਰ ਫੋਰਸ ਦੇ ਜਵਾਨ ਸੀ ਉਹਨਾਂ ਨੇ ਕਰੋਨਾ ਵਾਇਰਸ ਤੋਂ ਬਚਾਅ ਦੇ ਲਈ ਵੈਕਸੀਨ ਲਗਵਾ ਚੁੱਕੇ ਹਨ ਤੇ ਇਸ ਤੋਂ ਬਾਅਦ ਜਿਹੜੇ ਵੈਕਸੀਨ ਲੈਣ ਤੋਂ ਇਨਕਾਰ ਕਰ ਰਹੇ ਸਨ ਤੇ ਉਹਨਾਂ ਵਿੱਚੋਂ 27 ਜਿਹੜੇ ਜਵਾਨ ਹੈਗੇ ਆ ਏਅਰ ਫੋਰਸ ਦੇ ਵਿੱਚੋਂ ਨੌਕਰੀ ਤੋਂ ਕੱਢ ਦਿੱਤੇ ਗਏ ਹਨ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਮਲੇਸ਼ੀਆ ਤੋਂ। ਮਲੇਸ਼ੀਆ ਦੇ ਵਿੱਚ ਦੇ ਨੇੜੇ ਇੱਕ ਸਮੁੰਦਰ ਦੇ ਵਿੱਚ ਇੱਕ ਕਿਸ਼ਤੀ ਪਲਟਣ ਦੇ ਨਾਲ ਘੱਟੋ ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕਿਸ਼ਤੀ ਵਿੱਚ ਲਗਭਗ 60 ਲੋਕ ਸਵਾਰ ਸੀ, ਜਿਨ੍ਹਾਂ ਦੇ ਵਿੱਚੋਂ ਕਈ ਬੱਚੇ ਵੀ ਸਨ ਤੇ ਉਹਨਾਂ ਦੇ ਵਿੱਚੋਂ 21 ਲੋਕਾਂ ਨੂੰ ਬਚਾ ਲਿੱਤਾ ਗਿਆ ਹੈ ਤੇ ਘੱਟੋ ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ ਤੇ 29 ਲੋਕ ਹਾਲੇ ਵੀ ਲਾਪਤਾ ਹਨ ਤੇ ਇਹ ਹਾਦਸਾ ਉੱਥੇ ਦੇ ਟਾਈਮ ਦੇ ਮੁਤਾਬਕ ਸਵੇਰੇ 4:30 ਵਜੇ ਕੱਲ੍ਹ ਹੋਇਆ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਟਾਈਮ ਸਮੁੰਦਰ ਦੇ ਵਿੱਚ ਕਾਫੀ ਜ਼ਿਆਦਾ ਲਹਿਰਾਂ ਉੱਠ ਰਹੀਆਂ ਸਨ। ਇਸ ਤੋਂ ਬਾਅਦ ਅਗਲੀ ਨਿਊਜ਼ ਵੀ ਅਮਰੀਕਾ ਤੋਂ ਆ ਰਹੀ ਹੈ। ਅਮਰੀਕਾ ਦੀ ਇੱਕ ਅਦਾਲਤ ਨੇ 2 ਇੰਡੀਅਨਸ ਜਿਨ੍ਹਾਂ ਨੇ ਅਮਰੀਕੀ ਨਾਗਰਿਕਾਂ ਨਾਲ ਧੋਖਾਧੜੀ ਕੀਤੀ ਹੈ ਉਹਨਾਂ ਨੂੰ 27 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੋਨਾਂ ਵਿਅਕਤੀਆਂ ਨੇ ਅਮਰੀਕਨ ਨਾਗਰਿਕਾਂ ਦੇ ਨਾਲ ਧੋਖਾਧੜੀ ਦੇ ਜ਼ਰੀਏ $6 ਲੱਖ ਤੋਂ ਜ਼ਿਆਦਾ ਰਕਮ ਲੈਣ ਦੇ ਦੋਸ਼ ਦੇ ਵਿੱਚ ਉਹਨਾਂ ਨੂੰ ਇਹ ਸਜ਼ਾ ਮਿਲੀ ਹੈ। ਤੇ ਜੇਕਰ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਵੀ ਕਰੋਨਾ ਦੇ ਨਵੇਂ ਵੇਰੀਐਂਟ ਓਮਿਕਰੋਨ ਦਾ ਖਤਰਾ ਵੱਧਦਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਦੇਸ਼ ਦੇ ਵਿੱਚ ਓਮਿਕਰੋਨ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 61 ਤੱਕ ਪਹੁੰਚ ਗਈ ਹੈ। ਤੇ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਅਗਲੇ 6 ਮਹੀਨਿਆਂ ਤੱਕ ਬੱਚਿਆਂ ਦੇ ਲਈ ਕੋਵਿਡ-19 ਦੀ ਵੈਕਸੀਨ ਲਿਆਉਣ ਦੀ ਯੋਜਨਾ ਕਰ ਰਿਹਾ ਹੈ ਤੇ ਇਹ ਵੈਕਸੀਨ 3 ਸਾਲ ਤੇ ਉਸ ਤੋਂ ਬਾਅਦ ਉਮਰ ਦੇ ਬੱਚਿਆਂ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਪ੍ਰਦਾਨ ਕਰੇਗੀ। ਇਹ ਸੀ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਆਪਾਂ ਦੇਖ ਲੈਂਦੇ ਹਾਂ ਅੱਜ ਦੇ ਕਰੰਸੀ ਰੇਟਸ। ਸਭ ਤੋਂ ਪਹਿਲਾਂ ਆਪਾਂ ਦੇਖਦੇ ਨਿਊਜ਼ੀਲੈਂਡ ਡਾਲਰ ਦਾ ਰੇਟ ਚੱਲ ਰਿਹਾ 51 ਰੁਪਏ 48 ਪੈਸੇ। ਇਸ ਤੋਂ ਬਾਅਦ ਯੂਨਾਈਟਿਡ ਅਮੀਰਾਤ ਦੇ ਦਰਾਮ ਦਾ ਰੇਟ ਚੱਲ ਰਿਹਾ 20 ਰੁਪਏ 80 ਪੈਸੇ ਤੇ ਆਸਟ੍ਰੇਲੀਆ ਡਾਲਰ ਦਾ ਰੇਟ ਚੱਲ ਰਿਹਾ 84 ਰੁਪਏ 48 ਪੈਸੇ। ਇਸ ਤੋਂ ਬਾਅਦ ਕੈਨੇਡਾ ਦੇ ਡਾਲਰ ਦਾ ਰੇਟ ਚੱਲ ਰਿਹਾ ਹੈ 59 ਰੁਪਏ 21 ਪੈਸੇ। US ਡਾਲਰ ਦਾ ਰੇਟ ਚੱਲ ਰਿਹਾ 76 ਰੁਪਏ 40 ਪੈਸੇ। UK ਦੇ ਪੌਂਡ ਦਾ ਰੇਟ ਚੱਲ ਰਿਹਾ 100 ਰੁਪਏ 99 ਪੈਸੇ ਤੇ ਯੂਰੋ ਦਾ ਰੇਟ ਚੱਲ ਰਿਹਾ 86 ਰੁਪਏ 7 ਪੈਸੇ। ਇਹ ਸੀ ਕੁਝ ਦੇਸ਼ਾਂ ਦੇ ਕਰੰਸੀ ਰੇਟ। ਇਸ ਨਾਲ ਹੀ ਆਪਾਂ ਵੀਡੀਓ ਖਤਮ ਕਰਦੇ। ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ। ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ।